This is a Red FM podcast. ਤੇ ਬੜੇ ਮਾਣ ਦੀ ਗੱਲ ਹੈ ਅੱਜ ਸਾਡੇ ਵਾਸਤੇ ਕਿ ਬਲਜੀਤ ਕੌਰ ਜੀ ਜਿਹੜੇ ਕਿ ਪਹਿਲੇ ਭਾਰਤੀ ਨੇ ਜਿਨ੍ਹਾਂ ਨੇ ਕਿ 5 ਮਾਊਂਟਨ ਪੀਕਸ ਜਿਹੜੀਆਂ ਕਿ 8000 ਮੀਟਰ ਤੋਂ ਉੱਚੀਆਂ ਨੇ ਉਹ ਉਹਨਾਂ ਨੂੰ ਸਕੇਲ ਕੀਤਾ ਹੈ। ਬਲਜੀਤ ਕੌਰ 27 ਸਾਲਾਂ ਦੇ ਹਨ ਅਤੇ ਇਹ ਸੋਲਨ ਵਿੱਚ ਰਹਿੰਦੇ ਨੇ, ਹਿਮਾਚਲ ਪ੍ਰਦੇਸ਼ ਦੇ ਵਿੱਚ। ਬਲਜੀਤ ਕੌਰ ਜੀ ਆਇਆਂ ਨੂੰ, ਵੈਲਕਮ ਟੂ ਦ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਜੀ ਮੁਬਾਰਕਬਾਦ ਤੁਹਾਨੂੰ, ਤੁਸੀਂ ਦੁਨੀਆ ਭਰ ਦੇ ਵਿੱਚ ਹਿੰਦੁਸਤਾਨੀਆਂ ਦਾ ਤੇ ਖਾਸ ਤੌਰ ਤੇ ਪੰਜਾਬੀਆਂ ਦਾ ਨਾਮ ਰੋਸ਼ਨ ਕੀਤਾ ਹੈ। ਥੈਂਕ ਯੂ ਸੋ ਮਚ ਸਰ। 30 ਦਿਨਾਂ ਦੇ ਵਿੱਚ ਜੋ ਤੁਸੀਂ ਕਵਰ ਕੀਤਾ ਇੰਨਾ ਸਾਰਾ ਕੁਝ, ਇਹ ਕਿਵੇਂ ਹੋਇਆ? ਤੁਹਾਡਾ ਇੰਟਰਸਟ ਜਿਹੜਾ ਇਸ ਪਾਸੇ ਪਿਆ ਕਦੋਂ ਤੋਂ ਪਿਆ ਤੇ ਕਦੋਂ ਮਨ ਵਿੱਚ ਆਇਆ ਕਿ ਮੈਂ ਇੱਕ ਨਵਾਂ ਰੈਕਟ ਸੈੱਟ ਕਰਾਂ? ਪਹਿਲਾਂ ਤੋਂ ਫਿਰ ਇਹ ਜੋ ਰਿਕਾਰਡ ਵਾਲੀ ਜਿਹੜੀ ਗੱਲ ਹੈਗੀ ਮੇਰੇ ਦਿਮਾਗ 'ਚ ਹੈਗੀ ਨਹੀਂ ਕਿ ਮੈਂ ਕੋਈ ਰਿਕਾਰਡ ਸੈੱਟ ਕਰਨਾ, ਤਾਂ ਕਰਕੇ ਮੈਂ ਕਲਾਈਮ ਕਰਨਾ ਸੀ। ਮੇਰੇ ਦਿਮਾਗ 'ਚ ਪਹਿਲੇ ਹੀ ਕਲੀਅਰ ਸੀ ਥਾ ਕਿ ਮੈਂ ਐਵਰੈਸਟ ਕਲਾਈਮ ਕਰਨਾ ਹੈ, ਪਰ ਐਵਰੈਸਟ ਕਲਾਈਮ ਮੈਂ ਇਕੱਲੇ ਕਲਾਈਮ ਨਹੀਂ ਕਰਨਾ, ਮੈਂ ਉਹਦੇ ਨਾਲ ਹੋਰ ਵੀ ਕਲਾਈਮ ਕਰਨੀ ਹੈ ਔਰ ਜਿੰਨਾ ਮੇਰੇ ਤੇ ਹੋਊਗਾ ਮੈਂ ਉਨਾ ਕਰਨਾ, ਮੈਂ ਆਪਣੀ ਲਿਮਿਟ ਟੈਸਟ ਕਰਨੀ ਹੈ। ਤਾਂ ਇਸ ਵਾਰ ਇਹ ਸੋਚ ਕੇ ਮੈਂ ਸਟਾਰਟ ਕੀਤਾ ਸੀ। ਪਹਿਲਾਂ ਤਾਂ ਗੱਲਬਾਤ ਕਰੀਏ, ਤੁਹਾਡਾ ਇੰਟਰਸਟ ਜਿਹੜਾ ਮਾਊਂਟੇਨਿੰਗ ਵਾਲੇ ਪਾਸੇ ਪਿਆ, ਇਹ ਕਦੋਂ ਤੋਂ ਪਿਆ? 2014 ਚ ਮੈਂ ਐਨਸੀਸੀ ਜੁਆਇਨ ਕੀਤੀ ਸੀ ਆਪਣੇ ਕਾਲਜ ਚ, ਪੀਜੀ ਕਾਲਜ ਸੋਲਨ ਹੈਗਾ ਮੇਰਾ ਕਾਲਜ, ਤਾਂ ਉੱਥੇ ਐਨਸੀਸੀ ਸੀ, ਤਾਂ ਉਹ ਮੈਂ ਜੁਆਇਨ ਕੀਤੀ ਉੱਥੇ। ਫਿਰ ਮਾਊਂਟ ਐਵਰੈਸਟ 2016 ਲਈ ਐਵਰੈਸਟ ਐਕਸਪੀਡੀਸ਼ਨ ਦਾ ਸਿਲੈਕਸ਼ਨ ਹੋਣਾ ਸੀ, ਤਾਂ ਮੈਂ ਵੀ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਔਰ ਫਾਈਨਲੀ ਮੇਰਾ ਵੀ ਸਿਲੈਕਸ਼ਨ ਹੋਇਆ ਸੀ। ਪੂਰੇ ਇੰਡੀਆ ਤੋਂ 10 ਕੁੜੀਆਂ ਚੂਜ਼ ਕੀਤੀ। ਮੈਂ ਐਵਰੈਸਟ ਕਲਾਈਮ ਕੀਤਾ ਸੀ ਆਲਰੇਡੀ 2016 ਵਿੱਚ, ਪਰ ਹੁਆ ਕਿ 300 ਮੀਟਰ ਮੇਰਾ ਸਬਮਿਟ ਹੋਣੇ ਤੋਂ ਰਹਿ ਗਿਆ, ਤਾਂ ਫਿਰ ਉਹ ਜੋ ਬੈਡ ਆਕਸੀਜਨ ਮਾਸ था ਉਹਦੀ ਵਜ੍ਹਾ ਸੇ ਰਹਿ ਗਿਆ। ਤਾਂ ਫਿਰ ਮੈਂ ਟੁੱਟ ਗਈ ਸੀ ਕਿ ਮੈਂ ਕੀ ਕਰਾਂ, ਮੇਰੇ ਕੋਲ ਇੱਕ ਹੀ ਫੀਲਡ ਆ ਜਿਹਦੇ ਵਿੱਚ ਮੈਂ ਪਰਫੈਕਟ ਆ ਔਰ ਮੈਨੂੰ ਇਹ ਜਿਹਾ ਲੱਗਦਾ ਸੀ। ਤਾਂ ਫਿਰ ਮੈਂ ਸੋਚਿਆ ਕਿ ਚਲੋ ਦੁਬਾਰਾ ਤੇ ਮਿਹਨਤ ਕਰਦੇ ਹਾਂ, ਜ਼ੀਰੋ ਤੋਂ ਸਟਾਰਟ ਕਰਦੇ ਹਾਂ ਔਰ ਅਗਲੀ ਵਾਰ ਐਵਰੈਸਟ ਦੇ ਨਾਲ ਮੈਂ ਹੋਰ ਵੀ ਪਿੱਕਾਂ ਕਲਾਈਮ ਕਰਨੀ ਆ। ਤਾਂ ਇਹ ਸੋਚ ਕੇ ਮੈਂ ਸਟਾਰਟਿੰਗ ਕਰ ਦਿੱਤੀ ਆਪਣੀ ਟ੍ਰੇਨਿੰਗ ਫਿਰ ਦੁਬਾਰਾ ਤੋਂ। ਸੋ ਟ੍ਰੇਨਿੰਗ ਦੇ ਇਸ ਮੁਤਲਕ ਸਾਨੂੰ ਦੱਸੋ ਜੀ, ਕਿਸ ਕਿਸਮ ਦੀ ਟ੍ਰੇਨਿੰਗ ਤੁਸੀਂ ਲਈ ਜਿਹਦੇ ਨਾਲ ਕਿ ਤੁਸੀਂ ਇੰਨਾ ਸਾਰੇ ਕਾਮਯਾਬੀ ਜਿਹੜੀ ਤੁਹਾਨੂੰ ਮਿਲੀ ਹੈਗੀ, ਕਿੱਥੋਂ ਲਈ ਟ੍ਰੇਨਿੰਗ ਇਹ ਸਾਰੀ? ਪਹਿਲਾਂ ਤਾਂ ਬੇਸਿਕ ਹੁੰਦਾ ਸੀ, ਜਿਹੜਾ ਕਿ ਕੋਈ ਬੱਚਾ ਸਕੂਲ ਜਾਂਦਾ ਹੈ ਤਾਂ ਓਬਵੀਅਸਲੀ ਉਹਨੂੰ ਪਹਿਲੇ ਬੇਸਿਕ ਸਮਝਾਇਆ ਜਾਂਦਾ ਜਾਂ ਫਿਰ ਉਹਨਾਂ ਨੂੰ ਪੜ੍ਹਾਇਆ ਜਾਂਦਾ, ਜਿਹੜੇ ਪਹਿਲੀ ਕਲਾਸ ਵਿੱਚ ਜਾਂ ਦੂਜੀ ਕਲਾਸ ਵਿੱਚ। ਇਹ ਕਰਕੇ ਸਾਡਾ ਵੀ ਹੁੰਦਾ ਹੈ। ਸਾਡੇ ਕੋਲ ਜੋ ਬੇਸਿਕ ਸਮਝਾਣੇ 2 ਕੋਰਸ ਹੁੰਦੇ ਨੇ, ਬੇਸਿਕ ਕੋਰਸ ਔਰ ਐਡਵਾਂਸ ਕੋਰਸ। तो मैं बेसिक और एडवांस कोर्स मैं पूरे किए ने और अपने बेसिक मैं 2015 ਵਿੱਚ ਵਿੰਟਰ ਵਿੱਚ ਕੀਤਾ ਸੀ, ਸਪੈਸ਼ਲ ਕੋਰਸ ਹੈਗੀ ਜੀ, ਐਂਡ ਜੋ ਮੈਂ ਐਡਵਾਂਸ ਕੋਰਸ ਕੀਤਾ ਉਹ ਮੈਂ 2017 ਤੋਂ ਕੀਤਾ ਸੀ। ਤਾਂ ਇਹ ਕਰਕੇ ਮੈਂ ਫਿਰ ਸਕੀ ਕੋਰਸਿਸ ਕੀਤੇ ਨੇ 2018 ਔਰ 2019 ਵਿੱਚ। ਇਹ ਕਰਕੇ ਮੈਂ ਆਪਣੀ ਪ੍ਰੀਪਰੇਸ਼ਨ ਸਟਾਰਟ ਕੀਤੀ। ਸਾਥ ਇਹ ਤਾਂ ਹੁੰਦੇ ਨੇ 28 ਡੇਜ਼ ਦੇ ਕੋਰਸਿਸ, ਬਟ ਫਿਰ ਸਾਥ ਜਿਹੜਾ ਮੇਰਾ ਵਰਕਆਊਟ ਹੁੰਦਾ, ਨੋਰਮਲ ਵਰਕਆਊਟ, ਰਨਿੰਗ ਹੋ ਗਿਆ, ਯੋਗਾ ਹੋ ਗਿਆ, ਮੈਡੀਟੇਸ਼ਨ ਹੋ ਗਿਆ, ਸਟਰੈਂਥ ਟ੍ਰੇਨਿੰਗ, ਕੋਰ ਟ੍ਰੇਨਿੰਗ ਔਰ ਇਹ ਜਿਹੇ ਵਰਕਆਊਟ ਮੇਰੇ ਪੈਂਦੇ ਨੇ। ਤਾਂ ਫਿਰ ਮੈਂ ਆਪਣਾ ਸ਼ਡਿਊਲ ਬਣਾ ਕੇ ਮੈਂ ਕੰਟੀਨਿਊਸਲੀ ਉਹਨੂੰ ਬਰਕਰਾਰ ਰੱਖਿਆ ਸੀ। 2014 ਤੋਂ ਲੈ ਕੇ 2022 8 ਸਾਲ ਦਾ ਇਹ ਸਫ਼ਰ ਐਨਸੀਸੀ ਤਾਂ ਕੁਝ ਸਾਲਾਂ ਲਈ ਹੁੰਦੀ, ਉਸ ਤੋਂ ਬਾਅਦ ਫਿਰ ਤੁਸੀਂ ਕਿਵੇਂ ਇਹ ਸਭ ਕੁਝ ਕੀਤਾ? 2017 ਤੱਕ ਮੇਰੀ ਐਨਸੀਸੀ ਰਹੀ ਮੇਰੇ ਕੋਲ ਔਰ ਉੱਥੇ ਬਾਅਦ ਐਨਸੀਸੀ ਨਹੀਂ, ਕਿਉਂਕਿ ਸਹੀ ਸਰਟੀਫਿਕੇਟ ਕੰਪਲੀਟ ਹੋ ਗਿਆ ਸੀ ਮੇਰਾ। ਫਿਰ ਮੈਂ ਆਪੇ ਟ੍ਰੇਨਿੰਗ ਕੀਤੀ ਸੀ ਔਰ ਟ੍ਰੇਨਿੰਗ ਤੁਹਾਨੂੰ ਸਿਰਫ 28 ਡੇਜ਼ ਹੀ ਦੇਵਾਂਗੇ ਸਾਲ ਵਿੱਚ। ਉਹਦੇ ਬਾਅਦ ਤੁਹਾਨੂੰ ਆਪੇ ਮੇਨਟੇਨ ਕਰਨਾ ਪੈਣਾ ਇਕੱਲੇ ਹੀ, ਕੋਈ ਹੋਰ ਨਹੀਂ ਆਵਾ ਤੁਹਾਨੂੰ ਗਾਈਡ ਕਰਨੇ ਵਾਲਾ। ਤਾਂ ਇਹ ਕਰਕੇ ਹੀ ਮੈਂ ਆਪਣੇ ਆਪ ਇਕੱਲੇ ਮੈਂ ਟ੍ਰੇਨਿੰਗ ਕਰਦੀ ਰਹੀ। ਮੈਂ ਪਹਿਲਾਂ ਵੀ ਐਥਲੀਟ ਰਹਿ ਚੁੱਕੀ ਹਾਂ, ਸਕੂਲ ਟਾਈਮ ਚੋਂ ਹੀ ਮੈਂ ਸਕਾਊਟ ਐਂਡ ਗਾਈਡ, NSS ਔਰ ਹਾਕੀ, ਕਬੱਡੀ, ਫੁੱਟਬਾਲ ਔਰ ਬਾਸਕਟਬਾਲ ਔਰ ਇਹ ਜੀ ਬਹੁਤ ਸਾਰੀ ਗੇਮਾਂ ਮੈਂ ਖੇਲਦੀ ਰਹੀ ਹਾਂ। ਵਾਲੀਬਾਲ ਹੋ ਗਿਆ, ਰਨਿੰਗ ਹੋ ਗਿਆ, ਮੈਰਾਥਨਸ ਹੋ ਗਏ, ਮੈਂ ਬਥੇਰਾ ਕਰਦੀ ਰਹੀ ਹਾਂ। ਮਤਲਬ ਇਹ ਤਾਂ ਹੈਗਾ ਕਿ ਮੈਂ ਪਹਿਲੇ ਤਾਂ ਹੀ ਫਿੱਟ ਹਾਂ। ਮੇਰੇ ਜੋ ਪਿਤਾ ਜੀ ਹੈ ਉਹ ਮੈਨੂੰ ਬਚਪਨ ਤੋਂ ਹੀ ਹਰ ਵਾਰ ਮੋਟੀਵੇਟ ਕਰਦੇ ਰਹੇ ਕਿ ਤੁਸੀਂ ਫਿੱਟ ਰਹੋ, ਰਨਿੰਗ ਕਰੋ, ਸਵੇਰੇ ਉੱਠੋ। ਇਹ ਕਰਕੇ ਤਾਂ ਮੇਰੇ ਪਿਤਾ ਜੀ ਨੇ ਬੜਾ ਮੈਨੂੰ ਤਾਕਤਵਰ ਬਣਾਇਆ, ਸਮਝ ਲਓ ਤੁਸੀਂ। ਇਹ ਕਰਕੇ ਕਿ ਉਹਨਾਂ ਨੂੰ ਮੈਂ ਪਹਿਲੇ ਮਜ਼ਬੂਤ ਕੀਤਾ ਸੀ ਮੈਨੂੰ ਮੈਂਟਲੀ ਵੀ ਕਿ ਤੈਨੂੰ ਹਾਰ ਨਹੀਂ ਮਾਰਨੀ ਹੈਗੀ, ਤੂੰ ਚਾਹੇ ਖੇਲੇ ਜਾਂ ਨਾ ਖੇਲੇ ਪਰ ਫਿਜ਼ੀਕਲ ਫਿਟਨੈਸ ਬਹੁਤ ਇੰਪੋਰਟੈਂਟ ਹੈਗੀ। ਤਾਂ ਇਹ ਕਰਕੇ ਮੇਰੇ ਦਿਮਾਗ 'ਚ ਪਹਿਲੇ ਹੀ ਮੇਰੀ ਹੈਬਿਟ ਬਣ ਚੁੱਕੀ ਹੈ, ਤਾਂ ਫਿਰ ਮੈਂ ਪਿੱਛੇ ਹਟ ਨਹੀਂ ਸਕਦੀ। ਸੈਕਿੰਡ ਹੋਗਾ ਕਿ ਅਬ ਮੇਰੀ ਟ੍ਰੇਨਿੰਗ ਆ, ਮੈਂ ਸੋਚ ਲਿੱਤਾ ਸੀ ਕਿ ਮੈਂ ਕਲਾइम ਕਰਨਾ ਹੀ ਕਰਨਾ ਹੈ। ਇੱਕ ਦਿਨ ਆਊਗਾ ਜ਼ਰੂਰ, ਮੈਂ ਜ਼ਰੂਰ ਕਲਾइम ਕਰੂੰਗੀ ਐਵਰੈਸਟ ਨੂੰ, ਪਰ ਸਾਥ ਹੀ ਮੈਂ ਹੋਰ ਪਿਕ ਵੀ ਕਲਾइम ਕਰੂੰਗੀ। ਤਾਂ ਕਰਕੇ ਮੇਰੀ ਟ੍ਰੇਨਿੰਗ ਦੁਗਣੀ ਹੋ ਗਈ ਨੇ। ਇਹ ਕੋਈ ਸੌਖੀ ਗੱਲ ਨਹੀਂ ਜੀ, ਛੋਟੇ ਪਹਾੜ ਤਾਂ ਹੈ ਨਹੀਂ, ਇਹਦੇ ਵਾਸਤੇ ਫੁੱਲ ਟ੍ਰੇਨਿੰਗ ਲੈਣੀ ਪਏਗੀ ਹੋਏਗੀ, ਜਿਸ ਤਰ੍ਹਾਂ ਤੁਸੀਂ ਲਈ, ਆਪ ਵੀ ਤੁਸੀਂ ਟ੍ਰੇਨਿੰਗ ਲਈ, ਤੇ ਕਾਫੀ ਮਹਿੰਗੀ ਇਹ ਤੁਹਾਡੀ ਹੌਬੀ ਜਿਹਨੂੰ ਮੈਂ ਕਹਿ ਸਕਣਾ ਹੈਗੀ ਸੀ ਜਿਹੜੀ ਤੁਸੀਂ ਪਰਸਿਊ ਕੀਤੀ। ਤੇ ਇਹ ਸਾਰਾ ਕੁਝ ਕਿਵੇਂ ਮੈਨੇਜ ਹੋਇਆ? ਕਿ ਕੋਈ ਸਰਕਾਰ ਵੱਲੋਂ ਇਮਦਾਦ ਮਿਲੀ, ਕਿਸ ਤਰ੍ਹਾਂ ਹੋਇਆ ਸਭ ਕੁਝ?
ਜੀ ਸਰਕਾਰ ਤੋਂ ਤਾਂ ਕਦੀ ਮਿਲੇ ਨਹੀਂ, ਕਿਉਂਕਿ ਇਹ ਸਪੋਰਟ ਜਿਹੜਾ ਹੈਗਾ ਕਿ ਇਹ ਰਿਕੋਗਨਾਈਜ਼ਡ ਸਪੋਰਟ ਨਹੀਂ ਹੈਗਾ। ਇਸ ਦੇ ਬਾਰੇ ਵਿੱਚ ਨਾ ਹੀ ਸਰਕਾਰ ਜ਼ਿਆਦਾ ਬਤਾਉਂਦੀ ਹੈ, ਨਾ ਹੀ ਉਹਨਾਂ ਦਾ ਕੋਈ ਇੰਟਰਸਟ ਹੈਗਾ। ਹਾਲੇ ਤੱਕ ਮੈਨੂੰ ਵਿਖਿਆ ਨਹੀਂ, ਪਰ ਮੈਨੂੰ ਲੱਗਦਾ ਹੈ ਕਿ ਇਸ ਦੇ ਬਾਅਦ ਤੋਂ ਵਿਖੂਗਾ, ਪਰ ਪਤਾ ਨਹੀਂ ਕਦ ਵਿਖੂਗਾ, ਮੈਨੂੰ ਵੀ ਨਹੀਂ ਪਤਾ। ਪਰ ਚਲੋ ਜਦ ਤੱਕ ਵਿਖੂਗਾ ਸਾਨੂੰ ਆਪਣਾ ਕੰਮ ਕਰਦੇ ਰਹਿਣਾ चाहिए। और रही गल अकेले चलने दी, तो मैनू कोई सपोर्ट नहीं हैगा पहला भी ना। फिर बाद च धीरे धीरे करके लोकल जिहड़ी कंपनियां हैगी मेरे उन्हां नू कन्विंस कीता किवें किवें करके, फिर हथ जोड़ के कि मैनू बता के कि इहदा मेरा पैशन हैगा, मैनू सपोर्ट करो। तो कुछ लोकल कंपनी आगे सपोर्ट करने लई आई, पर फिर भी इन्ना खर्चा हैगा। तुसीं आपे सोचो कि माउंट एवरेस्ट कल्ला माउंट एवरेस्ट क्लाइंब करने लई 35 लाख चाहिए। ओके, फिर 35 लाख कितने अरेंज करा मैं, वो मेरे लिए बहुत बड़ा टास्क था, क्योंकि माउंटेन तो मैं बाद च चढ़ने सी। पहले तो मैंने 2 होर पहाड़ चढ़ने पैंदे सी। पहला तो समाज तो निकल के तुसी कुड़ी हैगी तो भी कुड़ी किवें करांगी, कुड़ी कल्ले उत्थे रहणागी, कुड़ी के मतलब किदे नाल रहांगी, क्या करांगी, मतलब बहुत ज्यादा इन्ने क्वेश्चन हुंदे ने समाज दे भी। एंड सेकंड जो पहाड़ हुंदा वो है फाइनेंशियली पहाड़ मेरे लिए बहुत बड़ा एक टास्क सी, क्योंकि फाइनेंशियली मैं किवें अपने आप नूं थोड़ा जिहा सपोर्ट करा। मैं बथेरे किते अप्लाई कीते ने, गवर्नमेंट नूं बथेरी चिट्ठियां लिखियां ने, उत्थे उन्हें जाके मैं मीटिंग भी सैट कीतियां ने कि मैं मीटिंग करांगी। जे ते मैं उत्थे जावां, उत्थे सानूं मिलदे नहीं मंत्री वगैरह कोई नहीं, फिर मैं किस दे नाल गल करां। तो मेरे जेहड़े लोकल स्पॉन्सर आगे आए ने, फिर मैं उन्हां नूं रिक्वेस्ट कीती थोड़ा करके असीं किसी नूं मैनूं 1 लाख 2 लाख रुपए दिए ने। फिर जाके एक मैनूं मेरे वीर जी मिले ने जो कनाडा च थे, तो फिर मैं उन्हां नूं दस्सिया सी, ओ करके उन्हां नूं काउंट्री कीती ने उत्थे जाके, उन्होंने मेरे लिए क्राउड फंडिंग की। फिर यह करके एक होर आए ने संजीव सर आए ने आगे, उन्होंने अपने आप मैनू अप्रोच किया कि मैं तुहानू बच्चा स्पॉन्सर करांगा। तो यह करके बथेरी इह जी गल्लां सी कि जिन्हां मैनू आगे आके स्पॉन्सर करने लई अपने आप हाथ बढ़ाया से। तो यह नहीं है कि हर बार तुहानू सपोर्ट मिलता नहीं, तुहानू बाबा जी ऊपर बैठे ने, सब दा वो देख रहे ने कि तुसीं किन्ना मेहनत कर रहे थे किन्ना नहीं। तो तां करके उन्होंने मेहर बख्शी, उन्होंने तां करके मैनू संजीव सर नूं भेजिया सी। सो बलजीत जी, ਮਿਹਨਤ ਦੀ ਜਿੱਥੇ ਗੱਲ ਕਰਦੇ ਆ, ਥੋੜਾ ਜਿਹਾ ਇਹ ਦੱਸੋ ਕਿ ਕਿੰਨੀ ਕੁ ਰੋਜ਼ ਦੀ ਤੁਹਾਡੀ ਇਹ ਕਲਾਈਮਿੰਗ ਹੁੰਦੀ ਸੀ, ਕਿੰਨਾ ਕੁ ਤੁਸੀਂ ਵਰਜਿਸ਼ ਕਰਦੇ ਸੀ, ਕਿਸ ਤਰ੍ਹਾਂ ਇਹ ਸਾਰਾ ਕੁਝ ਤੁਸੀਂ ਆਪਣੇ ਆਪ ਨੂੰ ਟ੍ਰੇਨ ਕੀਤਾ? ਮੈਨੂੰ ਇੰਨਾ ਪਤਾ ਹੈਗਾ ਕਿ ਅਸੀਂ ਨਾ ਰਾਤ ਨੂੰ ਚੱਲ ਪੜਦੇ ਸੀ। ਕਈ ਵਾਰ ਜਿਹੜਾ ਕਿ ਐਵਰੈਸਟ ਵਿੱਚ ਅਸੀਂ ਰਾਤ ਨੂੰ ਚੱਲ ਪੜੇ, 12 ਵਜੇ ਨਿਕਲ ਪਏ ਸੀ ਅਸੀਂ ਆਪਣੇ ਕੈਂਪ ਤੋਂ, 12 ਹੀ ਵਜੇ ਅਸੀਂ ਕੈਂਪ 2 ਦੇ ਪਹੁੰਚੇ ਸੀ, ਯਾਨੀ 12 ਘੰਟੇ ਅਸੀਂ ਕੰਟੀਨਿਊ ਚੱਲਦੇ ਰਹੇ। ਫਿਰ ਹੋਰ ਪਿਕਾਂ ਵਿੱਚ ਵੀ ਇਹ ਜਗ੍ਹਾ ਕਿ ਹੋਰ ਪਿਕ ਵਿੱਚ ਕਦੀ 7 ਘੰਟੇ ਕਦੀ 8 ਘੰਟੇ ਕੰਟੀਨਿਊਸਲੀ ਚੱਲਦੇ ਰਹਿਣਾ ਪੈਂਦਾ ਹੈ। ਔਰ ਤੁਹਾਡੇ ਕੋਲ ਜੋ ਖਾਣੇ ਪੀਣਾ ਦਾ ਜੋ ਹੈਗਾ ਕਿ ਡਰਾਈ ਫਰੂਟ ਹੋ ਗਏ ਨੇ, ਜਾਂ ਫਿਰ ਤੁਸੀਂ ਪਹਿਲੇ ਬਣਾ ਕੇ ਲੈ ਕੇ ਗਏ ਰੋਟੀਆਂ ਜਿਹੜੀ ਹੁੰਦੀ ਆਲੂ ਦੇ ਪਰਾਂਠੇ ਲੈ ਕੇ ਚਲੇ ਗਏ ਤੁਸੀਂ ਆਪਣੇ ਹਾਇਰ ਕੈਂਪ ਲਈ। तो मैं तो वही खाती थी, क्योंकि मेरे तो नहीं होता मैगी खा होता ही नहीं मेरे तो मैं तो बिल्कुल देसी हाँ। तो मैं तो फिर पुलाव बना के ले जाती थी बेस कैंप तो, या फिर आलू के परांठे या फिर चपाती या और चटनी बना के ले जाती थी। फिर वो 3-4 दिन ਉਹੀ ਚੱਲਦੀ ਸੀ ਸਾਡੇ ਹਾਇਰ ਕੈਂਪ ਵਿੱਚ। ਇਹ ਕੰਟੀਨਿਊਸਲੀ ਸਾਨੂੰ ਕਮ ਸੇ ਕਮ 9 से 10 घंटे 12 घंटे 7 घंटे ਇਹ ਕਰਕੇ ਅਲੱਗ-ਅਲੱਗ ਜਿਹੜੇ ਕੈਂਪ ਹੁੰਦੇ ਨੇ ਉਹਨਾਂ ਦੀ ਜਿਹੜੀ ਹਾਈਟ ਹੁੰਦੀ ਨਹੀਂ ਉਹਦੇ ਅਕੋਰਡਿੰਗ ਅਸੀਂ ਸਾਨੂੰ ਮਤਲਬ ਇਹ ਜਿਹਾ ਕਰਨਾ ਪੈਂਦਾ ਸੀ, ਚੱਲਣਾ ਪੈਂਦਾ ਸੀ। ਇੱਕ ਛੋਟੇ ਜੋ ਪਿੰਡ ਚੋਂ ਉੱਠ ਕੇ ਤੁਸੀਂ ਇਸ ਮੁਕਾਮ ਤੇ ਪਹੁੰਚੇ ਹੋ, ਇਹ ਬੜੀ ਮਾਣ ਦੀ ਗੱਲ ਹੈਗੀ ਜੀ। ਲੇਕਿਨ ਬਹੁਤ ਸਾਰੀਆਂ ਔਖਿਆਈਆਂ, ਖਾਸ ਤੌਰ ਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਇੱਕ ਪਿੰਡ ਚੋਂ ਇੱਕ ਕੁੜੀ ਜਿਹੜੀ ਹੈਗੀ ਇਹ ਕਿਹੜੇ ਕੰਮਾਂ 'ਚ ਪੈ ਗਈ, ਇਹ ਆਮ ਤੌਰ ਤੇ ਤੁਹਾਨੂੰ ਸੁਣਨ ਨੂੰ ਮਿਲਿਆ ਹੋਏਗਾ। ਸੋ ਇਸ ਮਤਲਬ ਕਿਵੇਂ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਪਛਾੜਦੇ ਗਏ ਤੇ ਤੁਹਾਡੇ ਪਰਿਵਾਰ ਵੱਲੋਂ ਕਿਹੋ ਜਿਹੀ ਸਪੋਰਟ ਮਿਲੀ ਤੁਹਾਨੂੰ? ਪਹਿਲਾਂ ਤਾਂ ਮੇਰੇ ਪਰਿਵਾਰ ਵਾਲੇ ਵੀ ਥੋੜਾ ਮੈਨੂੰ ਕਹਿੰਦੇ ਸੀ ਕਿ ਤੂੰ ਪਾਗਲ ਆ, ਇਹਦੇ ਵਿੱਚ ਮਤ ਜਾ, ਇਹਦੇ ਵਿੱਚ ਕੋਈ ਫਿਊਚਰ ਨਹੀਂ ਹੈਗਾ, ਇਹਦੇ ਵਿੱਚ ਇਹ ਨਹੀਂ ਹੈਗਾ, ਇਹ ਨਹੀਂ ਹੈਗਾ। ਤਾਂ ਮੈਂ ਉਹਨਾਂ ਨੂੰ ਇੱਕ ਹੀ ਗੱਲ ਕਹਿੰਦੀ ਸੀ ਕਿ ਪਾਪਾ ਜੀ ਮੰਮੀ ਜੀ ਮੈਨੂੰ ਇੱਕ ਵਾਰ ਨਾ ਮੈਨੂੰ ਆਪਣੇ ਦਿਲ ਦੀ ਕਰਨੇ ਦਿਓ, ਅਗਰ ਤੁਹਾਨੂੰ ਰਿਜ਼ਲਟ ਨਹੀਂ ਮਿਲੂਗਾ ਤਾਂ ਫਿਰ ਮੈਂ ਫਿਰ ਆਪਣੀ ਫੀਲਡ ਚੇਂਜ ਕਰ ਦੇਵਾਂਗੀ, ਪਰ ਮੈਨੂੰ ਕਰਨੇ ਦਿਓ। ਔਰ ਇਹ ਤਾਂ ਮੈਂ ਸਿਰਫ ਆਪਣੇ ਪਰਿਵਾਰ ਨੂੰ ਮਨਾਉਣ ਲਈ ਕਹਿ ਰਹੀ ਸੀ ਕਿ ਮੈਂ ਆਪਣੀ ਫੀਲਡ ਚੇਂਜ ਕਰ ਦੇਣੀ ਹੈ ਜਾਂ ਇਹ ਕਰ ਦੇਵਾਂਗੀ, ਪਰ ਇਹ ਜਿਹਾ ਹੋ ਹੀ ਨਹੀਂ ਸਕਦਾ ਕਿਉਂਕਿ ਮੈਂ ਬਹੁਤ ਟਰਾਈ ਕੀਤਾ। 2016 ਤੋਂ 2019 ਤੱਕ ਮੈਂ ਕਲਾਈਮ ਨਹੀਂ ਕੀਤਾ ਔਰ ਮੈਂ ਸਿਰਫ ਕੋਰਸ ਕੀਤੇ ਸੀ ਆਪਣੇ, ਔਰ ਮਾਊਂਟੇਨਿੰਗ ਬਹੁਤ ਦੂਰ ਰਹਿ ਗਈ ਸੀ ਮੇਰੇ ਤੋਂ। ਫਿਰ ਮੈਂ ਜੌਬ ਕਰਨ ਦੀ ਕੋਸ਼ਿਸ਼ ਕੀਤੀ ਨਹੀਂ, ਬਥੇਰਾ ਕੁਝ ਕੀਤਾ, ਫਿਰ ਮੇਰਾ ਮਨ ਨਹੀਂ ਲੱਗਿਆ। ਫਿਰ ਪਤਾ ਨਹੀਂ ਕੀ ਹੋ ਗਿਆ, ਮੈਨੂੰ ਮਜ਼ਾ ਹੀ ਨਹੀਂ ਆਉਣ ਲੱਗਿਆ। ਜਿਹੜਾ ਮੈਂ ਐਕਸਾਈਟਿਡ ਹੁੰਦੀ ਆ, ਐਕਟਿਵ ਰਹਿੰਦੀ ਆ, ਮੇਰਾ ਹੁੰਦਾ ਹੀ ਨਹੀਂ। ਫਿਰ ਮੈਂ ਸੋਚਿਆ ਵੀ ਕੀ ਹੈ ਮੈਨੂੰ ਸ਼ਾਇਦ ਕਿਸੇ ਹੋਰ ਚੀਜ਼ ਲਈ ਬਣਾਇਆ ਸੀ, ਔਰ ਉਹ ਹੈਗੀ ਮਾਊਂਟੇਨੀਅਰਿੰਗ। ਜਦ ਮੈਂ ਦੁਬਾਰਾ ਤੋਂ ਮਾਊਂਟੇਨੀਅਰਿੰਗ ਸਟਾਰਟ ਕੀਤੀ, ਮੇਰਾ ਦੁਬਾਰਾ ਤੇ ਉਹ ਹੱਸੀ ਹੁੰਦਾ ਨਾ, ਜਨੂਨ ਹੁੰਦਾ ਨੇ ਕੰਮ ਕਰਨ ਲਈ, ਪੈਸ਼ਨ ਹੁੰਦਾ ਨੇ, ਉਹ ਸਭ ਕੁਝ ਵਾਪਿਸ ਆ ਗਿਆ ਨੇ। ਤਾਂ ਮੈਂ ਮੇਰੇ ਮਾਤਾ ਪਿਤਾ ਨੂੰ ਕਿਹਾ ਕਿ ਮੈਂ ਬਥੇਰਾ ਕੁਝ ਟਰਾਈ ਕੀਤਾ ਨੇ, ਅਬ ਮੈਨੂੰ ਆਪਣਾ ਥੋੜਾ ਜਿਹਾ ਮੈਨੂੰ ਟਾਈਮ ਦੇ ਦਿਓ, 1-2 ਸਾਲ ਹੋਰ ਵੇਖ ਲਿਓ। ਅਗਰ 1-2 ਸਾਲ ਵਿੱਚ ਤੁਹਾਨੂੰ ਰਿਜ਼ਲਟ ਨਹੀਂ ਵੇਖਿਆ, ਤੁਸੀਂ ਜੋ ਤੁਸੀਂ ਕਹਾਂਗੇ ਮੈਂ ਉਹ ਕਰਾਂਗੀ। ਤਾਂ ਇਹ ਕਰਕੇ ਮੈਂ ਆਪਣੇ ਮਾਪੇ ਵੀ ਮਨਾਏ ਸੀ, ਔਰ ਫਿਰ ਗਾਉਂ ਦੀ ਔਰ ਸਮਾਜ ਦੀ ਮੈਨੂੰ ਪਰਵਾਹ ਨਹੀਂ ਹੈਗੀ। ਜਦ ਮੇਰੇ ਮਾਪੇ ਮੰਨ ਗਏ, ਫਿਰ ਮੇਰਾ ਰੱਬ ਮੰਨ ਗਿਆ, ਸਮਝ ਲਓ। ਫਿਰ ਦੁਨੀਆ ਦੀ ਮੈਨੂੰ ਕੋਈ ਪਰਵਾਹ ਨਹੀਂ ਹੈਗੀ। ਸਭ ਤੋਂ ਪਹਿਲਾਂ ਮਾਊਂਟ ਐਵਰੈਸਟ ਨੂੰ ਤੁਸੀਂ ਕਵਰ ਕੀਤਾ ਜਾਂ ਦੂਸਰੇ ਮਾਊਂਟੇਨਸ ਤੋਂ ਗੱਲਬਾਤ ਸ਼ੁਰੂ ਹੋਈ ਜੀ, ਤੇ ਕਦੋਂ ਹੋਈ ਹੈ ਸ਼ੁਰੂ?
ਨਹੀਂ ਜੀ, ਪਹਿਲਾਂ ਤਾਂ ਮੈਂ ਜਿਹੜਾ ਸਾਡਾ ਇੱਕ ਮਾਊਂਟੇਨ ਹੈਗਾ ਔਰ ਬਹੁਤ ਡੇਂਜਰਸ ਜਿਹੜੀ ਪੀਕ ਹੈਗੀ, ਤਾਂ ਅਗਰ ਤੁਸੀਂ ਰੇਸ਼ੋ ਦੇਖੋ ਮਾਊਂਟੇਨ ਵਿੱਚ ਤਾਂ ਉਹਦਾ ਨਾਮ ਹੈ ਮਾਊਂਟ ਅੰਨਾਪੂਰਨਾ। ਅੱਛਾ ਮੈਂ ਜੀ। ਪਹਿਲਾਂ ਉੱਥੇ ਸਟਾਰਟ ਕੀਤਾ ਸੀ ਔਰ ਮਾਊਂਟ ਅੰਨਾਪੂਰਨਾ ਮੇਰੇ ਦਿਮਾਗ 'ਚ ਬਹੁਤ ਪਹਿਲੇ ਸੀ, ਕਿਉਂਕਿ ਮਾਊਂਟ ਅੰਨਾਪੂਰਨਾ ਐਕਚੁਅਲੀ ਪਤਾ ਕੀ ਹੈਗਾ ਸਰ ਜੀ, ਮੇਰੇ ਦਿਮਾਗ 'ਚ ਇਹ ਜੋ ਹੁੰਦਾ ਹੈ ਕਿ ਅਗਰ ਜਿਹੜਾ ਵੀ ਮੁਸ਼ਕਿਲ ਕੰਮ ਆ ਉਹ ਮੈਂ ਪਹਿਲਾਂ ਕਰਨਾ ਸੀ ਜੀ। ਮੈਨੂੰ ਇਹ ਲੱਗਦਾ ਕਿ ਅੱਛਾ ਇਹ ਮੁਸ਼ਕਿਲ ਕੰਮ ਆ, ਉਹਦੇ ਵਿੱਚ ਹੀ ਮੈਨੂੰ ਮਜ਼ਾ ਆਉਂਦਾ ਸੀ। ਤੋਂ ਪਹਿਲੇ ਮੇਰੇ ਦਿਮਾਗ 'ਚ ਕਲੀਅਰ ਸੀ ਕਿ ਜਿਹੜਾ ਮਾਊਂਟ ਅੰਨਾਪੂਰਨਾ ਹੈਗਾ ਉਹ ਬਹੁਤ ਹੀ ਰਿਸਕੀ ਹੈਗਾ। ਮੈਨੂੰ ਸਭ ਦੱਸ ਰਹੇ ਸੀ ਕਿ ਮਾਊਂਟ ਅੰਨਾਪੂਰਨਾ ਬਹੁਤ ਰਿਸਕੀ ਹੈਗਾ। ਤੋਂ 28 ਅਪ੍ਰੈਲ ਨੂੰ ਮੈਂ ਮਾਊਂਟ ਅੰਨਾਪੂਰਨਾ ਸਬਮਿਟ ਕੀਤਾ। ਇਹਦੀ ਹਾਈਟ ਹੈਗੀ 8091 ਮੀਟਰ ਹੈਗੀ ਇਸ ਦੀ ਹਾਈਟ। ਔਰ ਉਹਦੇ ਬਾਅਦ ਮੈਂ ਮਾਊਂਟ ਕੰਚਨਜੰਗਾ ਜਿਹੜੀ ਕਿ ਇੰਡੀਆ ਦੀ ਹਾਈਐਸਟ ਪੀਕ ਹੈਗੀ, ਉਹ ਮੈਂ 12 ਮਈ ਨੂੰ ਕਲਾਈਮ ਕੀਤੀ। 8546 ਮੀਟਰ ਇਹਦੀ ਹਾਈਟ ਹੈਗੀ। ਮਾਊਂਟ ਐਵਰੈਸਟ ਜਿਹੜਾ ਕਿ ਉਹਦੇ ਬਾਅਦ ਮੈਂ ਮਾਊਂਟ ਐਵਰੈਸਟ ਕਲਾਈਮ ਕੀਤਾ, ਯਾਨੀ ਤੀਜੇ ਨੰਬਰ ਤੇ ਮਾਊਂਟ ਐਵਰੈਸਟ ਮੈਂ ਕਲਾਈਮ ਕੀਤਾ ਨੇ। 8848 ਮੀਟਰ 21 ਮਈ ਨੂੰ ਮੈਂ ਕਲਾਈਮ ਕੀਤਾ ਨੇ। ਮਾਊਂਟ ਲੋਸੇ ਜਿਹੜਾ ਹੈਗਾ 8516 ਮੀਟਰ 22 ਮਈ ਨੂੰ ਮੈਂ ਕਲਾਈਮ ਕੀਤਾ। ਔਰ ਫਿਰ ਜਾ ਕੇ ਲਾਸਟ ਮੇਰੀ ਜਿਹੜੀ ਪਿਕ ਰਹੀ ਇਸ ਪ੍ਰੋਜੈਕਟ ਵਿੱਚ ਉਹ ਮਾਊਂਟ ਮਕਾਲੂ ਸੇ ਰਹੀ 8463 ਮੀਟਰ ਦੀ ਹਾਈਟ ਰਹੀ ਔਰ 28 ਮਈ ਨੂੰ ਅਸੀਂ ਸਬਮਿਟ ਕੀਤਾ। ਸੋ ਇਹ ਪਹਾੜ ਤਾਂ ਤੁਸੀਂ ਇੰਜ ਗਿਣਾ ਰਹੇ ਹੋ ਜੀ ਜਿਸ ਤਰ੍ਹਾਂ ਕਿ ਇਹ ਛੋਟੇ ਆਸ-ਪਾਸ ਘੁੰਮ ਰਹੇ ਹੋ ਤੁਸੀਂ। ਇਹ ਬਹੁਤ ਮਿਹਨਤ ਅਤੇ ਖਾਸ ਤੌਰ ਤੇ ਜਿਉਂ-ਜਿਉਂ ਤੁਸੀਂ ਉੱਤੇ ਜਾਏ ਜਾਂਦੇ ਹੋ ਆਕਸੀਜਨ ਘਟਦਾ ਜਾਂਦਾ ਹੈਗਾ ਐਂਡ ਤੁਹਾਡੇ ਕੋਲ ਕੋਈ ਐਸੀ ਫਾਰਮਲ ਟ੍ਰੇਨਿੰਗ ਵੀ ਨਹੀਂ ਸੀ ਕਿ ਤੁਸੀਂ ਬਿਲਕੁਲ ਫੁੱਲੀ ਇਕਵਿਪਡ ਹੈਗੇ ਸੀ। ਰਸਤੇ ਦੇ ਦੌਰਾਨ ਜਿਹੜੇ ਚੈਲੰਜਸ ਆਏ ਉਹ ਦੱਸੋ ਕਿਸ ਤਰੀਕੇ ਦੇ ਆਏ ਤੁਹਾਨੂੰ ਜੀ? ਇਹ ਤਾਂ ਪਹਿਲਾਂ ਤਾਂ ਜਿਹੜਾ ਮੇਰੀ ਜੋ ਪੀਕ ਰਹੀ ਮਾਊਂਟ ਅੰਨਾਪੂਰਨਾ, ਇਹਦੇ ਵਿੱਚ ਅਸੀਂ ਸਟਾਰਟ ਕੀਤਾ। ਪਹਿਲੇ ਅਸੀਂ ਸੁਣਿਆ ਸੀ ਕਿ ਮਾਊਂਟ ਅੰਨਾਪੂਰਨਾ ਵਿੱਚ ਰੇਸ਼ੋ ਹੈਗੇ ਕਿ 4 ਅਗਰ ਜਾਂਦੇ ਹੈ ਕਲਾਈਂਬਰ ਤਾਂ ਇੱਕ ਨੂੰ ਕੁਛ ਨਾ ਕੁਛ ਹੋ ਹੀ ਜਾਂਦਾ ਹੈ, ਜਾਂ ਤਾਂ ਮਰੀ ਜਾਂਦਾ ਹੈ ਜਾਂ ਫਿਰ ਕੋਈ ਨਾ ਕੁਛ ਹੋ ਹੀ ਜਾਂਦਾ ਹੈ। ਇਹ ਕਰਕੇ ਮੇਰਾ ਰਿਕਾਰਡ ਹੈਗਾ, ਇਸ ਡੈਡਲੀ ਪਿਕ ਇਹਨੂੰ ਕਹਾ ਜਾਂਦਾ ਹੈ। ਤਾਂ ਇਸ ਪਿਕ ਵਿੱਚ ਹੁਆ ਕਿ ਅਸੀਂ ਸਬਮਿਟ ਕੀਤਾ ਸੀ ਮੇਬੀ ਦਿਨ ਵਿੱਚ 1:30-2 ਵਜੇ ਕੀਤਾ ਸੀ ਸਬਮਿਟ। ਤਾਂ 1:30-2 ਵਜੇ ਸਬਮਿਟ ਕਰਨਾ ਮਤਲਬ ਕਿ ਤੁਸੀਂ ਮੌਤ ਨੂੰ ਆਪਣੇ ਆਪ ਬੁਲਾਵਾ ਦੇ ਰਹੇ ਸੀ। ਤਾਂ ਸਾਨੂੰ ਪਤਾ ਸੀ ਕਿ ਅਸੀਂ ਲੇਟ ਹੋ ਗਏ ਨੇ, ਪਰ ਕੀ ਕਰਦੇ ਹਾਂ ਸਾਡੇ ਕੋਲ ਅਸੀਂ ਪਹੁੰਚ ਗਏ 50 ਮੀਟਰ ਰਹਿ ਗਏ ਸੀ। 50 ਮੀਟਰ ਦੇ ਪਿੱਛੇ ਮੁੜਨਾ ਮੈਨੂੰ ਰਾਸ ਨਹੀਂ ਆਇਆ। ਮੈਨੂੰ ਲੱਗਿਆ ਕਿ 50 ਮੀਟਰ ਹੀ ਰਹਿ ਗਿਆ, 50 ਮੀਟਰ ਔਰ ਮੈਂ ਬਿਲਕੁਲ ਫਿੱਟ ਹਾਂ ਤਾਂ 50 ਮੀਟਰ ਕਰ ਸਕਦੀ ਹਾਂ ਰਿਕਵਰ। ਤਾਂ ਮੈਂ ਕਲਾਈਮ ਕੀਤਾ ਨੇ ਔਰ ਅਸੀਂ ਮੇਰੇ ਨਾਲ ਹੀ 2 ਫੋਰਨਰ ਸੀ ਔਰ ਮੇਰੀ ਟੀਮ ਸੀ। ਔਰ ਉਹਦੇ ਵਿੱਚ ਜਿਹੜੇ 2 ਫੋਰਨਰ ਸੀ ਉਹਨਾਂ ਵਿੱਚ ਇੱਕ ਫੋਰਨਰ ਤੋਂ ਮੇਰੇ ਨਾਲ ਹੀ ਚੱਲ ਰਿਹਾ ਸੀ, ਉਹ ਵਿਦਾਊਟ ਆਕਸੀਜਨ ਕਰ ਰਿਹਾ ਸੀ। ਤਾਂ ਉਹ ਵੀ ਬਹੁਤ ਜ਼ਿਆਦਾ ਦਿਮਾਗ ਤੇ ਜਿਹੜਾ ਸੋਚਣਾ ਪੈਂਦਾ ਨਾ, ਜਿਹੜਾ ਤਾਂ ਸੋਚ ਕੰਮ ਹੋ ਜਾਂਦੀ ਨੇ ਉੱਥੇ ਸੋਚਣਾ ਹੁੰਦਾ ਹੀ ਨਹੀਂ, ਕਿਉਂਕਿ ਇੱਕ ਤਾਂ ਲੈਕ ਆਫ ਆਕਸੀਜਨ ਤਾਂ ਦਿਮਾਗ ਕੰਮ ਕਰਦਾ ਹੀ ਨਹੀਂ ਸੀ ਉੱਥੇ। ਤਾਂ ਬਚਕਾਨੇ ਜਿਹੜੀ ਹਰਕਤਾਂ ਕਰਦੇ ਨੇ ਉੱਥੇ ਜਾ ਕੇ ਹਾਈ ਐਲਟੀਟਿਊਡ ਸਿਕਨੈਸ ਹੋ ਗਿਆ ਨੇ ਉਦੋਂ, ਤਾਂ ਉਹ ਜਾਣ ਲਈ ਤਿਆਰ ਹੀ ਨਹੀਂ ਥੱਲੇ। ਤਾਂ ਉਹਨੂੰ ਕਿਵੇਂ ਕਰਕੇ ਥੱਲੇ ਲੈ ਕੇ ਆਈ ਮੈਂ, ਉਹ ਕਰਕੇ ਮੈਂ ਲੇਟ ਹੋ ਗਿਆ। ਫਿਰ ਸਟ੍ਰੋਮ ਆ ਗਿਆ ਉੱਥੇ, ਪੂਰੀ ਪਹਾੜੀਆਂ ਵਿੱਚ ਸਟ੍ਰੋਮ ਆ ਗਿਆ, ਫੌਗ ਆਊਟ ਹੋ ਗਿਆ ਨੇ, ਸਨੋਫਾਲ ਵੀ ਹੋ ਰਿਹਾ ਨੇ। ਔਰ ਸਾਡੇ ਜਿਸ ਪੈਚ ਵਿੱਚ ਅਸੀਂ ਖੜੇ ਸੀ ਉੱਥੇ ਰੋਪ ਹੀ ਨਹੀਂ ਸੀ। ਸੋ ਰੋਪ ਹੀ ਨਹੀਂ ਸੀ ਤਾਂ ਅਸੀਂ ਪੂਰਾ ਰਾਸਤਾ ਭੁੱਲ ਗਏ ਨੇ ਉੱਥੇ ਜਾ ਕੇ। ਤਾਂ ਅਸੀਂ ਫਸੇ ਰਹੇ ਹਾਲੋ 6 ਤੋਂ 7 ਘੰਟੇ ਅਸੀਂ ਉੱਥੇ ਰਹੇ ਫਸਦੇ। ਫਿਰ ਮੇਰੇ ਇੱਕ ਟੀਮ ਦੇ ਮੈਂਬਰ ਥੇ, ਉਹਨਾਂ ਦੀ ਆਕਸੀਜਨ ਖਤਮ ਹੋ ਗਈ ਨੇ। ਤਾਂ ਉਹਨਾਂ ਨੂੰ ਉਹ ਬੜੇ ਪੈਨਿਕ ਹੋ ਗਏ ਨੇ ਕਿ ਮੇਰੇ ਆਕਸੀਜਨ ਖਤਮ ਹੋ ਗਿਆ ਨੇ, ਮੈਂ ਕੀ ਕਰਾਂ, ਮੈਂ ਮਰ ਜਾਣਾ। ਇਹ ਕਰਕੇ ਉਹ ਪੈਨਿਕ ਹੋ ਗਏ ਨੇ। ਤਾਂ ਮੇਰੇ ਦਿਮਾਗ 'ਚ ਇੱਕ ਪਲ ਨੂੰ ਵੀ ਇਹ ਨਹੀਂ ਆਇਆ ਕਿ ਮੈਂ ਉਹਨੂੰ ਆਕਸੀਜਨ ਦੇ ਕੇ ਮੈਂ ਬਚਣਾ ਕਿ ਨਹੀਂ ਬਚਣਾ, ਕੀ ਹੋਣਾ ਮੇਰੇ ਨਾਲ, ਕੁਛ ਨਹੀਂ ਆਇਆ। ਮੈਂ ਆਪਣਾ ਆਕਸੀਜਨ ਉਹਨਾਂ ਨੂੰ ਖੋਲ ਕੇ ਦਿੱਤਾ ਔਰ ਬਾਬਾ ਜੀ ਦੀ ਮਿਹਰ ਹੈ ਕਿ ਮੈਨੂੰ ਕੁਛ ਵੀ ਨਹੀਂ ਹੋਇਆ। ਨਾ ਹੀ ਮੇਰੇ ਦਿਮਾਗ ਵਿੱਚ ਇੱਕ ਬਾਰ ਵੀ ਇਹ ਗੱਲ ਨਹੀਂ ਆਈ ਕਿ ਮੇਰੇ ਕੋਲ ਆਕਸੀਜਨ ਨਹੀਂ ਹੈਗਾ, ਇਹ ਨਹੀਂ ਹੈਗਾ, ਉਹ ਨਹੀਂ ਹੈਗਾ। ਮੈਨੂੰ ਨਹੀਂ ਪਤਾ ਕਿਵੇਂ ਉਹ એનર્ਜੀ ਆਈ ਔਰ ਮੈਂ ਉਹਨਾਂ ਨੂੰ ਆਕਸੀਜਨ ਆਪਣਾ ਸਿਲੰਡਰ ਜਿਹੜਾ ਵੀ ਹੈਗਾ, ਮਾਸਕ ਹੈਗਾ, ਮੈਂ ਉਹਨਾਂ ਨੂੰ ਦਿੱਤਾ। ਮੈਂ ਖੁਦ ਆਪੇ ਹੈਰਾਨ ਹਾਂ ਕਿ ਮੇਰੇ ਤੋਂ ਇਤਨੀ એનર્ਜੀ ਆਈ ਕਿੱਥੇ ਦੇ, ਮੇਰੇ ਇੰਨਾ ਪਤਾ ਨਹੀਂ ਕਿੱਥੇ ਕੀ ਹੋਇਆ, ਮੈਨੂੰ ਨਹੀਂ ਪਤਾ। ਫਿਰ ਉਹਦੇ ਬਾਅਦ ਅਸੀਂ ਉਸ ਸਟ੍ਰੋਮ ਵਿੱਚ ਨਿਕਲੀ ਮੈਂ। ਫਿਰ ਉਸ ਸਟ੍ਰੋਮ ਵਿੱਚ ਮੈਂ ਸਭ ਤੋਂ ਪਹਿਲਾਂ ਜਿਹੜਾ ਮੈਂ ਇੱਕ ਟੀਮ ਵੇਖੀ ਆਪਣੇ ਪਿੱਛੇ, ਇੱਕ ਲਾਈਟ ਵੇਖੀ, ਹੈਡ ਟਾਰਚ ਹੁੰਦੀ ਨੇ। ਤਾਂ ਮੈਂ ਮੇਰੇ ਵਿੱਚ ਹੈਡ ਟਾਰਚ ਦੇਖੀ। ਤਾਂ ਮੈਂ ਸਭ ਨੂੰ ਕਿਹਾ ਸੀ ਕਿ ਪਿੱਛੇ ਕੋਈ ਹੈਡ ਟਾਰਚ ਮੈਨੂੰ ਵਿਖ ਰਹੀ ਨੇ, ਤੁਸੀਂ ਪਿੱਛੇ ਮੁੜ ਕੇ ਵੇਖੋ। ਤਾਂ ਉਹਨਾਂ ਨੇ ਕਿਹਾ ਸੀ ਕਿ ਕਿੱਥੇ ਤੈਨੂੰ ਦਿਖ ਰਹੀ ਨੇ, ਤੈਨੂੰ ਪਤਾ ਨਹੀਂ ਕਿ ਹਾਈ ਐਲਟੀਟਿਊਡ ਸਿਕਨੈਸ ਹੋ ਗਿਆ ਨੇ, ਸਾਨੂੰ ਦਿਖ ਨਹੀਂ ਰਹੀ। ਤਾਂ ਮੈਂ ਕਿਹਾ ਸੀ ਕਿ ਅਰੇ ਵਿਖ ਰਹੀ, ਮੈਨੂੰ ਵਿਖ ਰਹੀ ਹੈ, ਤੁਸੀਂ ਦੇਖੋ। ਤੇ ਪਿੱਛੇ ਮੁੜ ਕੇ ਸਭ ਨੇ ਵੇਖਿਆ। ਫਿਰ ਦੇਖੀਏ ਕਿ ਇੱਕ ਟੀਮ ਆ ਰਹੀ ਨੇ ਪਿੱਛੇ ਸਾਡੇ ਕੋਲ। ਤਾਂ ਅਸੀਂ ਉਹਨਾਂ ਨੂੰ ਫੋਲੋ ਕੀਤਾ ਔਰ ਮੈਂ ਤਾਂ ਜਿੱਦਾਂ ਹੀ ਉਹ ਭੱਜੇ ਨੇ ਮੈਂ ਉਹਨਾਂ ਦੇ ਪਿੱਛੇ ਚੱਲ ਗਈ ਔਰ ਮੈਂ ਪਿੱਛੇ ਮੁੜ ਕੇ ਨਹੀਂ ਦੇਖਾ ਆਪਣੀ ਟੀਮ ਨੂੰ, ਕਿਉਂਕਿ ਮੈਨੂੰ ਇਹ ਸੀ ਕਿ ਅਗਰ ਮੈਂ ਪਹਿਲੇ ਪਹੁੰਚ ਗਈ ਆਪਣੀ ਟੀਮ ਸਬਮਿਟ ਕੈਂਪ ਤੋਂ ਤਾਂ ਕਮ ਸੇ ਕਮ ਮੈਂ ਉੱਥੇ ਦੇ ਰੈਸਕਿਊ ਟੀਮ ਤੋਂ ਭੇਜਾਂਗੀ, ਉਹਨਾਂ ਨੂੰ ਦੱਸਾਂਗੇ ਕਿ ਕੀ ਹਾਲ ਹੈਗੇ ਸਾਡੀ ਟੀਮ ਦੇ ਉੱਪਰ। ਇਹ
ਕਰਕੇ ਮੈਂ ਫਟਾਫਟ ਨੀਚੇ ਜਿੰਨਾ ਹੋ ਕੱਲੀ ਮੈਂ ਪੂਰੇ ਰਾਸਤੇ ਵਿੱਚ ਕੱਲੀ ਮੈਂ ਫਟਾਫਟ ਉਹ ਵਿਦਆਊਟ ਆਕਸੀਜਨ ਉਹ ਤੇ ਉਸ ਟਾਈਮ ਮੈਂ ਯੂਜ਼ ਹੀ ਨਹੀਂ ਕੀਤਾ ਆਕਸੀਜਨ ਤੋਂ ਮੈਂ ਵਿਦਆਊਟ ਆਕਸੀਜਨ ਥੱਲੇ ਉਤਰੀਆਂ ਨੇ ਕੱਲੇ ਹੀ ਚੱਲ ਰਹੀਆਂ ਨੇ ਮੈਂ ਪੂਰੀ ਰਾਤ ਨੂੰ ਆਪਣੀ ਸੇਫਟੀ ਦਾ ਧਿਆਨ ਮੈਨੂੰ ਨੀਂਦ ਆ ਰਹੀ ਬੜੀ ਭਾਰੀ ਪਰ ਫਿਰ ਵੀ ਦਿਮਾਗ 'ਚ ਇਹ ਹੈਗਾ ਕਿ ਨਹੀਂ ਕੁਝ ਵੀ ਹੋ ਜਾਏ ਸੋਣਾ ਨਹੀਂ ਹੈਗਾ ਕਿਉਂਕਿ ਤੁਹਾਨੂੰ ਉਸ ਮਾਊਂਟੇਨ 'ਚ 36 ਘੰਟੇ ਹੋ ਗਏ ਨਾ ਬਿਨਾਂ ਖਾਏ ਪੀਏ ਬਿਨਾਂ ਸੋਏ ਤੁਸੀਂ ਕੰਟੀਨਿਊ ਚੱਲ ਹੀ ਰਹੇ ਨੇ ਤੁਹਾਡੇ ਕੋਲ ਪਾਣੀ ਨਹੀਂ ਹੈਗਾ ਤੁਹਾਡੇ ਕੋਲ ਖਾਣੇ ਲਈ ਕੁਝ ਨਹੀਂ ਹੈਗਾ ਔਰ ਨਾ ਹੀ ਤੁਹਾਡੇ ਕੋਲ ਤੁਸੀਂ ਸੋਏ ਹੈਗੇ ਤਾਂ ਇਹ ਕਰਕੇ ਫਾਈਨਲੀ मैं शेरपा तक पहुंची शेरपा फिर ਉੱਥੇ ਉੱਪਰ ਗਏ ਨੇ ਆਕਸੀਜਨ ਔਰ ਥੋੜਾ ਪਾਣੀ ਲੈ ਕੇ ਫਿਰ ਟੀਮ ਨੂੰ ਉਹਨਾਂ ਨੇ ਰੈਸਕਿਊ ਕੀਤਾ ਫਿਰ ਟੀਮ ਨੂੰ ਪਿੱਛੇ ਲੈ ਕੇ ਆਏ ਨੇ ਤਾਂ ਇਹ ਕਰਕੇ ਸਾਡਾ ਇਹ ਜੋ ਮੇਰਾ ਪਹਿਲਾ ਐਕਸਪੀਡੀਸ਼ਨ ਹੈ ਇਸ ਐਕਸਪੀਡੀਸ਼ਨ 'ਚ ਮੈਂ ਬਹੁਤ ਕੁਝ ਸਿੱਖਿਆ ਸੀ ਕਿ ਮੈਂ ਕਿੰਨੀ ਬੜੀ ਗਲਤੀ ਕੀਤੀ ਸੀ ਕਿ ਅਸੀਂ ਆਪਣੀ ਜ਼ਿੰਦਗੀ ਅਸੀਂ ਆਪਣੀ ਜਾਨ ਖਤਰੇ ਵਿੱਚ डाल ਦਿੱਤੀ ਤਾਂ ਮੈਂ ਤਾਂ ਕਾਨ ਪਕੜ ਲਿਆ ਕਿ ਦੂਜੀ ਵਾਰ ਕਦੇ ਵੀ ਇਹ ਜਿਹੇ काम नहीं करने स्पीड अच्छी रखनी थोड़ा तेज चल पड़ना है और मतलब एक दिन पहले चलते थे सबमिट करने लिए तो उस दिन असं 9 या 10 बजे निकले थे अपने टेंट विच तो मैं डिसाइड करता कि अगली बार अगर कोई क्लाइंब करना हो अपना थोड़ा माउंटेन और पता हो कि वो बहुत डेंजरस है तो ये जी गलतियां जी मेरी हुई मैं उन्होंने सुधारना चाहती हूँ और मैं मैसेज कर देना चाहती हूँ उन्होंने लोगों को कि देखो पता नहीं असी देखो मेरी टीम तो बहुत स्ट्रांग है क्योंकि ऑब्वियसली सबने ट्रेनिंग करके गए थे सबने कम से कम 15-20 पहाड़ पहले ही चढ़े थे ता करके उन्होंने पहले एक्सपीरियंस था कि उन्होंने रहना सर्वाइव करना है अदरवाइज नॉर्मल क्लाइंबर होंदा तो पक्का कुछ ना कुछ उस दिन होना सी बाबा जी का बहुत शुकराना करदी हां कि उस टाइम ਕਿਸੇ ਨੂੰ ਕੁਝ ਨਹੀਂ ਹੋਇਆ ਪਰ ਜੋ ਸਾਡੇ ਨਾਲ ਦੋ ਫਾਰਨਰ ਥੇ ਉਹ ਸਟਕ ਹੋ ਗਏ ਨੇ ਪਹਾੜ ਵਿੱਚ 2 ਦਿਨ ਔਰ ਫਿਰ ਉਹਨਾਂ ਦਾ ਰੈਸਕਿਊ ਕਰਨਾ ਪਿਆ ਪਰ ਫਿਰ ਵੀ ਉਹ ਜ਼ਿੰਦਾ ਹੈਗੇ ਇਹ ਕਰਕੇ ਤਾਂ ਮਤਲਬ ਮੈਂ ਕਹਿਣਾ ਚਾਹੁੰਦੀ ਕਿ ਇਹ ਜਿਹੀ ਗਲਤੀਆਂ ਸਾਨੂੰ ਕਰਨੀ ਨਹੀਂ ਚਾਹੀਦੀ ਮਾਊਂਟੇਨ ਵਿੱਚ ਜੀ ਸੋ ਮਾਊਂਟ ਐਵਰੈਸਟ ਤੇ ਜਦੋਂ ਤੁਸੀਂ ਪਹੁੰਚੇ ਕੀ ਸਨ ਤੁਹਾਡੇ ਮਨ ਦੇ ਵਿੱਚ ਵਲਵਲੇ ਕੀ ਸੀ ਤੁਹਾਡੇ ਮਨ ਦੀ ਉਸ ਸਮੇਂ ਸਥਿਤੀ ਕੀ ਮਹਿਸੂਸ ਕਰ ਰਹੇ ਸੀ पहला तो मैंने सच में तो ਤੁਹਾਨੂੰ ਦੱਸਾਂ ਕਿ ਮਾਊਂਟ ਐਵਰੈਸਟ जब मैं पहुंची तो मैं अपने शेरपा ਨੂੰ कहता ਸੀ कि जो मेरे दाई ਸੀ जो मेरे गाइड ਸੀ मिंगमा शेरपा ਮੈਨੂੰ ਉਹਨਾਂ ਨੇ ਕਿਹਾ ਸੀ ਕਿ दाई ਮੇਰਾ 7 ਸਾਲ ਦਾ ਇੱਕ ਡ੍ਰੀਮ ਸੀ ਮੈਂ 7 ਸਾਲ ਵੇਟ ਕੀਤਾ ਸੀ ਇਸ ਐਵਰੈਸਟ ਲਈ ਉਹਨੇ ਪੁੱਛਿਆ ਸੀ ਕਿ 7 ਸਾਲ ਕਿਵੇਂ ਹੋ ਗਏ तो मैं उन्हें दसिया कि मेरा ऑक्सीजन मेरा मास्क 2016 ਵਿੱਚ खराब हो गया ਸੀ ਤਾਂ ਕਰਕੇ मैं ऑक्सीजन सबमिट नहीं कर पाई थी तो वो भी हैरान रह गए कि अच्छा तू 7 साल वेट किया सी और 7 साल मैं इसलिए ट्रेनिंग की सी यह करके और फिर जब दे साडे जिन्ने भी पूरे एक्सपीडिशन कंप्लीट हुए माउंट मकालू साडा लास्ट पहाड़ सी तो उस दिन तो मेरे मतलब इन्ना एनर्जेटिक मैं फील किया अपने आप नूं मैं तुहानूं दस नहीं सकती कि मैं की फील किया मैनूं लग्या कि अज ना सारे के सारे जिन्ने भी पहाड़ हैगे क्योंकि पूरे बादल जिहड़े भी होंदे ना वो पूरे एकदम थल्ले आ जाते हैं सारे के सारे बादल पूरे के पूरे ने तो ये मैनू यह लग रहा था कि आज ना सारे के सारे बादल थल्ले आ गए ने और ਉਹਦੇ ਵਿੱਚ ਜੋ झांक के मैनू वेख रहे ने छोटे छोटे माउंटेन और ਜਿਹੜੇ छोटे छोटे माउंटेन हैगे चोटियां हैगी ਉਹਨਾਂ ਦੀ ਉਹ ਮੈਨੂੰ झांक के वेख रही ने और खड़े हाथ देख के मैनू कह रही ने कि बच्चे तैं कर दिता ਅੱਜ जिस ਲਈ ਤੈਨੂੰ ਬਣਾਇਆ ਸੀ ਤੂੰ ਅੱਜ ਕਰ ਲਿੱਤਾ ਮੈਨੂੰ ਇਹ ਲੱਗਿਆ ਕਿ ਅੱਜ ਨਾ ਮੇਰਾ ਇੰਡੀਆ ਦਾ ਫਲੈਗ ਜਿਹੜਾ ਹੈਗਾ ਜਿਹੜੇ ਵੀ ਪੂਰੇ ਹਿੰਦੁਸਤਾਨ ਚ ਪੂਰੇ ਵਰਲਡ ਵਿੱਚ ਇਹ ਮਤਲਬ ਆਪਣੀ ਨਈ ਪਹਿਚਾਣ ਬਣਾ ਰਿਹਾ ਨੇ ਤਾਂ ਮੈਂ ਇਹ ਜੀ ਫੀਲ ਕਰ ਰਹੀ ਸੀ ਪ੍ਰਾਊਡ ਫੀਲ ਹੋ ਰਿਹਾ ਨੇ ਮੇਰਾ ਦਿਲ ਨਾ ਬਹੁਤ ਹੀ ਜ਼ਿਆਦਾ खुश हो रहा सी और अंदर बस 2 ही चीजें मैंने सुनाई दे रही है मेरी धक 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 करके मेरी जो धड़कना की आवाज है मैंने वो सुनाई दे रही है और फिर मैंने एक ही चीज सुनाई दे रही है कि भारत माता की जय भारत माता की जय यह करके मेरे कान में गूंज रहे ने कुछ चीजें ऐसे करके तो मैंने बहुत अच्छा मैंने फील हो रहा है कि मैं इस मुकाम ਲਈ तो की दसा मैं मुकाम तो चलो अपने आप बन गया पर इस मूवमेंट ਲਈ मैं किन्नी मैं मेहनत की है किन्ने मैं संघर्ष किया है और किन्ने बुरी सिचुएशन मैं फेस कीतियां ने ਤਾਂ ਕਰਕੇ ਮੈਂ ਇੱਥੇ ਪਹੁੰਚੀ ਹੈ ਕਿਉਂਕਿ ਅੱਜ ਬੋਲਣਾ ਆਸਾਨ ਹੁੰਦਾ ਨੇ ਕਿ ਹਾਂਜੀ ਮੈਂ ਇਹ ਕਰ ਦਿੱਤਾ ਉਹ ਕਰ ਦਿੱਤਾ ਪਰ ਔਰ ਮੈਨੂੰ ਲੱਗਦਾ ਕਿ ਹੋਰ ਨੂੰ ਵੀ ਆਸਾਨ ਹੁੰਦਾ ਨੇ ਬੋਲਣ ਲਈ ਕਿ ਉਸ ਦੇ ਕੋਲ ਤਾਂ ਪੈਸਾ ਸੀ ਤਾਂ ਕਰਕੇ ਉਹ ਸਬਮਿਟ ਕਰ ਗਈ ਪਰ ਉਹਨਾਂ ਨੂੰ ਹਾਲੇ ਵੀ ਪਤਾ ਨਹੀਂ ਹੈਗਾ ਕਿ ਅਸੀਂ ਹਾਲੇ ਵੀ ਸਪਾਂਸਰਸ਼ਿਪ ਅਰੇਂਜ ਕਰ ਰਹੇ ਹਾਂ ਨੇ ਹਾਲੇ ਕਿਉਂਕਿ ਸਾਡੇ ਕੋਲ ਪੁਰਾਣਾ ਬਜਟ ਜਿਹੜਾ ਮੈਂ ਕਲਾਈਮ ਕੀਤਾ ਨੇ ਉਸ ਦਾ ਵੀ ਬਜਟ ਸਾਡੇ ਕੋਲ ਪੂਰਾ ਨਹੀਂ ਹੈਗਾ ਅਸੀਂ ਹਾਲੇ ਵੀ ਅਪਰੋਚ ਕਰ ਰਹੇ ਨੇ ਸਪਾਂਸਰ ਨੂੰ ਕਿਉਂਕਿ ਅਗੇਨ ਮਾਊਂਟ ਲੋਥੇ ਲਈ ਮਾਊਂਟ ਮਕਾਲੂ इसलिए मेरे को स्पॉन्सर ही नहीं हैगा और तो मैनू इस और अमाउंट अन्नपूर्णा ਲਈ मेरे को स्पॉन्सर ही नहीं हैगा तो ऑब्वियसली थोड़ा बहुत पेंडिंग रहेगा साडी पेमेंट तो हाले भी स्पॉन्सर वेख ही रहे ने उस प्रोजेक्ट ਲਈ तो मैनू लगता है कि ਉਹ ਮੈਨੂੰ ਪਤਾ ਹੈਗਾ ਕਿ ਮੈਂ ਕਿੰਨਾ ਸੰਘਰਸ਼ ਕੀਤਾ ਨੇ ਕਿਤੇ ਔਰ ਬਾਅਦ ਚ ਤੁਸੀਂ ਇੰਨਾ ਸੰਘਰਸ਼ ਕਰਨ ਦੇ ਬਾਅਦ ਵੀ ਤੁਹਾਨੂੰ ਕੋਈ ਰਿਕੋਗਨਾਈਜੇਸ਼ਨ ਨਾ ਮਿਲੇ ਨਾ ਗਵਰਨਮੈਂਟ ਦੀ ਤਰਫੋਂ ਨਾ ਤੁਹਾਡੀ ਸਟੇਟ ਨਾ ਤੁਹਾਡੀ ਸੈਂਟਰ ਤੋਂ ਤਾਂ ਹੋਰ ਬੁਰਾ ਲੱਗਦਾ ਨੇ ਤੁਹਾਨੂੰ ਕਿਉਂਕਿ ਮੈਨੂੰ ਲੱਗਦਾ ਕਿ ਮੈਂ 올림픽 ਦੇ 골ਡ
ਮੈਡਲ ਮੈਂ ਲਿੱਤਾ ਹੋਣਾ ਸੀ ਜੀ। ਡੈਫੀਨੇਟਲੀ ਅੱਜ ਮੈਂ ਪਤਾ ਨਹੀਂ ਕਿੱਥੇ ਹੋਣੀ ਸੀ। ਔਰ ਓਬਵੀਅਸ ਇੰਨਾ ਮੈਨੂੰ ਔਰ ਮੇਰੀ ਫੈਮਿਲੀ ਨੂੰ ਇੰਨਾ ਸਫਰ ਨਹੀਂ ਕਰਨਾ ਪੈਂਦਾ ਹਾਲੇ ਵੀ। ਮੈਂ ਸੋਚਿਆ ਸੀ ਕਿ ਮੇਰੀ ਵੀਰ ਨੂੰ ਔਰ ਮੇਰੀ ਸਿਸਟਰ ਨੂੰ ਅੱਛੀ ਸਟੱਡੀ ਮਿਲਾਂਗੀ। ਚਲੋ ਮੈਨੂੰ ਹੋਰ ਕੋਈ ਲੈਣ ਦੇਣਾ ਨਹੀਂ ਹੈਗਾ, ਮੈਨੂੰ ਕੋਈ ਲਾਲਚ ਨਹੀਂ ਹੈਗਾ ਕਿਸੇ ਦਾ, ਪਰ ਐਟਲੀਸਟ ਜੋ ਜਿਹੜੀ ਛੋਟੀ ਮੋਟੀ ਫੈਸਿਲਿਟੀ ਹੁੰਦੀ ਨੇ ਉਹ ਤਾਂ ਕਮ ਸੇ ਕਮ ਮਿਲਣੀ ਚਾਹੀਦੀ। ਐਬਸੋਲੂਟਲੀ। ਪਰ ਬਲਜੀਤ ਜੀ ਇਹ ਤਾਂ ਪਹਿਲਾਂ ਦੀ ਗੱਲ ਸੀ। ਹੁਣ ਜਦੋਂ ਤੁਸੀਂ 5 ਇਹ ਪੀਕਸ ਨੂੰ ਕਵਰ ਕਰ ਲਿਆ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਆਏ ਹੋ, ਉਸ ਤੋਂ ਬਾਅਦ ਕੀ ਭਾਰਤ ਸਰਕਾਰ ਵੱਲੋਂ ਜਾਂ ਤੁਹਾਨੂੰ ਕੋਈ ਹੋਰ ਹੱਥ ਫੜਿਆ ਕਿਸੇ ਨੇ, ਜਾਂ ਸਿਰਫ ਅਜੇ ਵੀ ਪ੍ਰਾਈਵੇਟ ਸਪਾਂਸਰ ਜੀ ਤੁਸੀਂ ਭਾਲ ਰਹੇ ਹੋ? ਕਿਉਂਕਿ ਤੁਹਾਡੇ ਅੱਗੇ ਫਿਊਚਰ ਪਲਾਨਸ ਕੀ ਨੇ ਉਹਨਾਂ ਦੇ ਵਿੱਚ ਆਫ ਕੋਰਸ ਤੁਸੀਂ ਚੁੱਪ ਕਰਕੇ ਨਹੀਂ ਬੈਠੋਗੇ, ਤੁਸੀਂ ਹੋਰ ਵੀ ਜਿਹੜੀਆਂ ਪੀਕਸ ਰਹਿ ਗਈਆਂ ਨੇ ਉਹਨਾਂ ਨੂੰ ਵੀ ਕਵਰ ਕਰਨਾ ਚਾਹੁੰਦੇ ਹੋ? देखो जी, मैं वही गल तुहानू दस रही हूँ कि अब की गल है। पहले तो चलो मैं मन सी कि ओके ठीक है, मैं कुछ किता नहीं, कुछ नहीं, ठीक है, पर ये अब की गल है। जब मैं वापस आई हूँ तो इतने कोई रिकॉग्नाइजेशन नहीं हैगी, हाले तक मैं मिली नहीं हैगी। पर मैं फिर भी मैं उम्मीद करदी हां कि आगे पता नहीं आने वाले टाइम विच में भी ये हफ्ता 2 हफ्ते विच मिलूगा कुछ ना कुछ। पर मैनू लगदा कि इत्थे ਕੋਈ ਹੈ ਹੀ ਨਹੀਂ ਕੁਛ, ਮੈਨੂੰ ਵੇਖਿਆ ਨਹੀਂ। ਮੈਂ ਤਾਂ ਨਾ ਸੈਂਟਰ ਤੋਂ ਵੇਖਿਆ ਨਾ ਹੀ ਸਟੇਟ ਤੋਂ ਮੈਨੂੰ ਵੇਖਿਆ ਸੀ ਇਹ ਕੁਛ ਚੀਜ਼ਾਂ। ਤੋਂ ਹਾਲੇ ਤੱਕ ਤੋਂ ਇਹ ਜਿਹਾ ਕੁਛ ਬਦਲਾਵ ਆਇਆ ਨਹੀਂ ਹੈ। ਜਿਹੜਾ ਪਹਿਲੇ ਸੀ ਉਹ ਰਿਹਾ ਹਾਲੇ ਹੈਗਾ। ਪਰ ਔਰ ਰਹੀ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਸਾਡੇ ਕੋਲ ਅਸੀਂ ਹਾਲੇ ਵੀ ਅਸੀਂ ਸਪਾਂਸਰਸ਼ਿਪ ਸਰਚ ਕਰ ਰਹੇ ਨੇ ਮੇਰੇ ਅਪਕਮਿੰਗ ਐਕਸਪੀਡੀਸ਼ਨ ਲਈ ਵੀ। ਔਰ ਜਿਹੜਾ ਐਕਸਪੀਡੀਸ਼ਨ ਅਸੀਂ ਕੀਤਾ ਉਹਦੇ ਵਿੱਚ ਥੋੜੇ ਜਿਹੇ ਅਮਾਊਂਟ ਦੇਣਾ ਬਾਕੀ ਹੈਗਾ, तो ਅਸੀਂ ਉਸ ਲਈ ਵੀ ਸਪਾਂਸਰ ਸਰਚ ਕਰ ਰਹੇ ਸੀ। ਬਲਜੀਤ ਜੀ ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਐਂਡ ਬੈਸਟ ਵਿਸ਼ੇਸ ਫॉर ऑल योर फ्यूचर एंडेवर्स। वी आर प्राउड ऑफ यू। थैंक यू। थैंक यू सो मच जी।